ਵਪਾਰ ਘਾਟੇ ਵਿੱਚ ਵਾਧੇ ਦੇ ਨਾਲ ਸਰਕਾਰ ਦੀ ਚਿੰਤਾ ਮੁੜ ਤੋਂ ਵਧਣਾ ਸ਼ੁਰੂ ਹੋ ਗਈ ਹੈ। ਸਰਕਾਰ ਨੇ ਜੁਲਾਈ ਮਹੀਨੇ ਦੇ ਵਪਾਰ ਘਾਟੇ ਦੇ ਅੰਕੜੇ ਜਾਰੀ ਕੀਤੇ ਨੇ। ਜੁਲਾਈ ਵਿੱਚ ਵਪਾਰ ਘਾਟਾ $1223 ਹੋ ਗਿਆ, ਜਦਕਿ ਜੂਨ ਵਿੱਚ ਵਪਾਰ ਘਾਟਾ $1176 ਦਰਜ ਕੀਤਾ ਗਿਆ। ਮਹੀਨੇ ਦਰ ਮਹੀਨੇ ਦੇ ਆਧਾਰ ਤੇ ਜੁਲਾਈ ਵਿੱਚ ਦਰਾਮਦ 5% ਵੱਧ ਕੇ $2773 ਕਰੋੜ ਦਰਜ ਕੀਤੀ ਗਈ, ਜਦਕਿ ਜੂਨ ਵਿੱਚ ਦਰਾਮਦ $2648 ਕਰੋੜ ਰਹੀ। ਜੇ ਗੱਲ ਕਰੀਏ ਬਰਾਮਦ ਦੀ ਤਾਂ ਜੁਲਾਈ ਵਿੱਚ ਬਰਾਮਦ 4.5% ਵੱਧ ਕੇ $3995 ਕਰੋੜ ਰਹੀ, ਜਦਕਿ ਜੂਨ ਵਿੱਚ ਬਰਾਮਦ $3824 ਕਰੋੜ ਦਰਜ ਕੀਤੀ ਗਈ। ਸਰਕਾਰ ਦੇ ਜਾਰੀ ਅੰਕੜਿਆਂ ਮੁਤਾਬਕ ਮਹੀਨੇ ਦਰ ਮਹੀਨੇ ਦੇ ਆਧਾਰ ਤੇ ਜੁਲਾਈ ਵਿੱਚ ਤੇਲ ਦੀ ਬਰਾਮਦ $1330 ਕਰੋੜ ਤੋਂ ਵੱਧ ਕੇ $1435 ਕਰੋੜ ਰਹੀ, ਜਦਕਿ ਜੁਲਾਈ ਵਿੱਚ ਦਰਾਮਦ $614 ਕਰੋੜ ਤੋਂ ਵੱਧ ਕੇ $724 ਕਰੋੜ ਰਹੀ। ਮਹੀਨੇ ਦਰ ਮਹੀਨੇ ਦੇ ਆਧਾਰ ਤੇ ਜੁਲਾਈ ਵਿੱਚ ਖਾਦ ਤੇਲ $2490 ਕਰੋੜ ਤੋਂ ਵੱਧ ਕੇ $2560 ਕਰੋੜ ਦਰਜ ਕੀਤਾ ਗਿਆ। ਹਾਲਾਂਕਿ ਸਰਕਾਰ ਦੀ ਸਖਤੀ ਦੇ ਚੱਲਦੇ ਸੋਨੇ ਦੀ ਦਰਾਮਦ ਵਿੱਚ ਕਮੀ ਦਰਜ ਕੀਤੀ ਗਈ। ਮਹੀਨੇ ਦਰ ਮਹੀਨੇ ਦੇ ਆਧਾਰ ਤੇ ਜੁਲਾਈ ਵਿੱਚ ਸੋਨੇ ਦੀ ਦਰਾਮਦ $310 ਕਰੋੜ ਤੋਂ ਘਟ ਕੇ $181 ਕਰੋੜ ਰਹੀ। ਸੋਨੇ ਦੇ ਨਾਲ ਚਾਂਦੀ ਦੀ ਦਰਾਮਦ ਵਿੱਚ ਵੀ ਕਮੀ ਆਈ ਹੈ। ਮਹੀਨੇ ਦਰ ਮਹੀਨੇ ਦੇ ਆਧਾਰ ਤੇ ਜੁਲਾਈ ਵਿੱਚ ਚਾਂਦੀ ਦੀ ਦਰਾਮਦ $21.28 ਕਰੋੜ ਤੋਂ ਘਟ ਕੇ $13.04 ਕਰੋੜ ਰਹੀ। ਹਾਲਾਂਕਿ ਕੁੱਲ ਗਹਿਣਿਆਂ ਦੀ ਦਰਾਮਦ $331 ਕਰੋੜ ਤੋਂ ਘਟ ਕੇ $288 ਕਰੋੜ ਦਰਜ ਕੀਤੀ ਗਈ। ਸਰਕਾਰ ਦੇ ਚੁੱਕੇ ਕਦਮਾਂ ਦਾ ਅਸਰ ਮੈਨੂਫੈਕਚਰਿੰਗ ਖੇਤਰ ਵਿੱਚ ਦਿਖਣਾ ਸ਼ੁਰੂ ਹੋ ਗਿਆ ਹੈ। ਬਰਾਮਦ ਦੇ ਅੰਕੜੇ ਵਧਣ ਕਰਕੇ ਸਰਕਾਰ ਨੂੰ ਹਲਕੀ ਰਾਹਤ ਵੀ ਮਿਲੀ ਹੈ। 15 ਅਗਸਤ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂਫੈਕਚਰਿੰਗ ਖੇਤਰ ਨੂੰ ਵਧਾਉਣ ਦੀ ਵਕਾਲਤ ਵੀ ਕੀਤੀ। आज बहुत बड़ी मात्रा में विदेशों से इलेक्ट्रॉनिक गुड इंपोर्ट करते हैं। आपको हैरानी होगी भाइयों बहनों, ये टीवी, ये मोबाइल फोन, ये आईपैड, ये जो इलेक्ट्रॉनिक गुड हम लाते हैं, देश के लिए पेट्रोलियम पैदाशों को लाना अनिवार्य है। डीजल और पेट्रोल लाते हैं, तेल लाते हैं, उसके बाद दूसरे नंबर पर हमारा इलेक्ट्रॉनिक गुड इंपोर्ट पर खड़ा हुआ है। अगर हम डिजिटल इंडिया का सपना लेकर के इलेक्ट्रॉनिक गुड के मैन्युफैक्चरिंग के लिए चल पड़े और हम कम से कम स्वनिर्भर बन जाए तो देश की तिजोरी को कितना बड़ा लाभ हो सकता है। और इसलिए हम इस डिजिटल इंडिया को लेकर के जब आगे चलना चाहते हैं तब ई गवर्नेंस इजी गवर्नेंस है, इफेक्टिव गवर्नेंस है और इकोनॉमिकल गवर्नेंस है। ई गवर्नेंस के माध्यम से गुड गवर्नेंस की ओर जाने का रास्ता है। ਨਰਿੰਦਰ ਮੋਦੀ ਜਲਦੀ ਨਵੀਂ ਮੈਨੂਫੈਕਚਰਿੰਗ ਪਾਲਿਸੀ ਦੀ ਘੋਸ਼ਣਾ ਕਰ ਸਕਦੇ ਨੇ ਤਾਂ ਕਿ ਭਾਰਤ ਨੂੰ ਕੌਮਾਂਤਰੀ ਪੱਧਰ ਤੇ ਮੈਨੂਫੈਕਚਰਿੰਗ ਹੱਬ ਬਣਾਇਆ ਜਾ ਸਕੇ। ਫਿਲਹਾਲ ਮੈਨੂਫੈਕਚਰਿੰਗ ਖੇਤਰ ਦੀ ਹਿੱਸੇਦਾਰੀ GDP ਦੀ 17% ਤੋਂ ਘੱਟ ਹੈ, ਜਦਕਿ ਚੀਨ ਵਿੱਚ ਇਹ ਹਿੱਸੇਦਾਰੀ 50% ਹੈ ਅਤੇ ਮਲੇਸ਼ੀਆ ਵਿੱਚ ਇਹ ਹਿੱਸੇਦਾਰੀ 40% ਹੈ। ਹਾਲਾਂਕਿ ਭਾਰਤ ਦੇ ਮੁਕਾਬਲੇ ਚੀਨ ਵਿੱਚ ਸਕਿਲਡ ਲੇਬਰ ਜ਼ਿਆਦਾ ਮਜ਼ਬੂਤ ਹੈ ਅਤੇ ਤਨਖਾਹ ਵੀ ਜ਼ਿਆਦਾ ਹੈ, ਜਿਸ ਕਰਕੇ ਚੀਨ ਵਿੱਚ मैन्युफैक्चरिंग ਦੀ ग्रोथ काफी ज्यादा है। मैं नौजवानों से कहना चाहता हूं, आपके रहते हुए छोटी मोटी चीजें हमें दुनिया से इंपोर्ट क्यों करनी पड़े? क्या मेरे देश के नौजवान ये तय कर सकते हैं? वो जरा रिसर्च करें, ढूंढें कि भारत कितने प्रकार की चीजों को इंपोर्ट करता है और वो फैसला करें कि मैं अपने छोटे छोटे काम के द्वारा, उद्योग के द्वारा, मेरा छोटा ही कारखाना क्यों ना हो, लेकिन मेरे देश को इंपोर्ट करने वाली कम से कम एक चीज मैं ऐसी बनाऊंगा कि मेरे देश को कभी इंपोर्ट ना करना पड़े। इतना ही नहीं, मेरा देश एक्सपोर्ट करने की स्थिति में आए। अगर हिंदुस्तान के लाखों नौजवान एक एक आइटम लेकर के बैठ जाए, भारत दुनिया में
एक्सपोर्ट करने वाला देश बन सकता है। और इसलिए मेरा आग्रह है नौजवानों से, विशेष करके छोटे मोटे उद्योगकारों से, दो बातों में कॉम्प्रोमाइज न करें। एक, जीरो डिफेक्ट, दूसरा जीरो इफेक्ट। हम वो मैन्युफैक्चरिंग करें जिसमें जीरो डिफेक्ट हो, ताकि दुनिया के बाजार से कभी वापस ना आए, और हम वो मैन्युफैक्चरिंग करें जिससे जीरो इफेक्ट हो, पर्यावरण पर इसका कोई नेगेटिव इफेक्ट ना हो। ਸਰਕਾਰ ਦਾ ਮਕਸਦ ਦਰਾਮਦ ਅਤੇ ਬਰਾਮਦ ਦੇ ਵਿਚਾਲੇ ਤਾਲਮੇਲ ਬਿਠਾਉਣਾ ਹੈ ਤਾਂ ਕਿ ਦੇਸ਼ ਦਾ ਵਿਕਾਸ ਹੋ ਸਕੇ। ਹੁਣ ਵਪਾਰ ਘਾਟੇ ਦੇ ਅੰਕੜੇ ਵਿੱਚ ਵਾਧੇ ਦਾ ਮਤਲਬ ਫਿਰ ਤੋਂ ਕਈ ਮਜ਼ਬੂਤ ਕਦਮ ਚੁੱਕੇ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ। ਵਪਾਰ ਘਾਟੇ ਨੂੰ ਕਾਬੂ ਵਿੱਚ ਕਰਨ ਲਈ ਸਰਕਾਰ ਪਹਿਲਾਂ ਹੀ ਕਾਫੀ ਸਖਤ ਹੈ, ਪਰ ਜੇ ਵਪਾਰ ਘਾਟੇ ਵਿੱਚ ਹੋਰ ਵਾਧਾ ਹੁੰਦਾ ਹੈ ਤੇ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ।